ਬਿਸਮਿਲ੍ਲਾਹ ਰਹਿਮਾਨ ਰਹੀਮ। ਜੀ ਦੋਸਤੋ, ਤੁਸੀਂ ਵੇਖ ਰਹੇ ਹੋ ਅਰਾਈਨ ਟੀਵੀ। ਅੱਜ ਦੀ ਸਭ ਤੋਂ ਪਹਿਲੀ ਖਬਰ ਅਬਦੁੱਲਾ ਤਾਹਰ ਦੇ ਹਵਾਲੇ ਨਾਲ ਹੈ। ਅਬਦੁੱਲਾ ਤਾਹਰ ਦੇ ਕਤਲ 'ਤੇ ਜਿਹੜੀ ਮੋਟਰਸਾਈਕਲ ਇਸਤੇਮਾਲ ਹੋਈ ਹੈ, ਉਸ ਮੋਟਰਸਾਈਕਲ ਦਾ ਜਿਸ ਵਕਤ ਰਿਕਾਰਡ ਚੈੱਕ ਕੀਤਾ ਗਿਆ, ਅਕਸਾਰ ਦੇ ਦਫ਼ਤਰ ਚੈੱਕ ਕੀਤੀ ਗਈ, ਉਹਦੀ ਨੰਬਰ ਪਲੇਟਾਂ ਜਾਲੀ ਨਿਕਲੀਆਂ ਨੇ। CCTV ਕੈਮਰਿਆਂ ਦੇ ਨਾਲ ਚੈੱਕ ਕਰਕੇ ਜਿਸ ਵਕਤ ਉਹਦਾ ਰਿਕਾਰਡ ਚੈੱਕ ਕੀਤਾ ਗਿਆ, ਉਹਦੀ ਨੰਬਰ ਪਲੇਟਾਂ ਜਾਲੀ ਨਿਕਲੀਆਂ ਨੇ। ਔਰ ਦੂਸਰਾ, ਕੁਛ ਅਫਰਾਦ ਜਿਹੜੇ ਨੇ ਇਹਦੇ 'ਚ ਹਿਰਾਸਤ 'ਚ ਲੈ ਗਏ ਨੇ। ਕੁਛ ਲੋਕ ਹਿਰਾਸਤ 'ਚ ਲੈ ਗਏ ਨੇ, ਪੁਲਿਸ ਦੀ ਕਸਟਡੀ ਦੇ ਵਿੱਚ ਨੇ। ਜਦੋਂ ਕਿ ਪੁਲਿਸ ਆਪਣਾ ਤਫਤੀਸ਼ ਕਰਦੀ ਪਈ ਹੈ, ਆਇੰਦਾ 12 ਤੋਂ 24 ਘੰਟੇ ਦੇ ਵਿੱਚ ਹਰ ਚੀਜ਼ ਵਾਜ਼ਿਹ ਹੋ ਜਾਏਗੀ। ਇਹਦੇ 'ਚ ਕੁਛ ਨਾਰੋਵਾਲ ਤੋਂ ਗ੍ਰਿਫਤਾਰੀ ਹੋਈਆਂ ਨੇ। ਨਾਰੋਵਾਲ ਤੋਂ ਜਿਹੜੀ ਗ੍ਰਿਫਤਾਰ ਹੋਈ ਹੈ, ਉਹ ਜੇ ਜ਼ਮਾਨ ਉਰਫ ਗੁੱਗੀ, ਇਹ ਨਾਰੋਵਾਲ ਤੋਂ ਇਹ ਅਰੈਸਟ ਹੋਇਆ। ਕੁਛ ਸਾਹੀਵਾਲ ਤੋਂ 5 ਅਫਰਾਦ ਜਿਹੜੇ ਨੇ ਇਹ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। 24 ਘੰਟੇ ਤੱਕ, 12 ਤੋਂ 24 ਘੰਟੇ 'ਚ ਇਨਸ਼ਾ-ਅੱਲਾਹ ਤਾਲਾ ਹਰ ਇੱਕ ਚੀਜ਼ ਵਾਜ਼ਿਹ ਹੋ ਜਾਏਗੀ। ਪੁਲਿਸ ਤਫਤੀਸ਼ ਦੇ ਆਖਰੀ ਮਰਹਲ 'ਚ ਦਾਖਲ ਹੈ, ਪਰ ਅਜੇ ਵੇਖਣਾ ਕਿ ਤਰੀਕਾਕਾਰ ਹੈ ਕਿ ਫਿਰ ਗੱਲਾਂ ਲੀਕ ਹੋ ਜਾਂਦੀਆਂ, ਜਿਹਦੀ ਵਜ੍ਹਾ ਤੋਂ ਪੁਲਿਸ ਨੇ ਅਜੇ ਅੱਗੇ ਖਬਰਾਂ ਨਹੀਂ ਦੇ ਰਹੀ। ਬਸ ਇੰਨੀ ਕੁ ਜਿੰਨੀ ਮੈਂ ਤੁਹਾਨੂੰ ਦੱਸੀ, ਇੱਥੋਂ ਤੱਕ ਤਲਾ ਹੈ। ਇੱਕ ਤਫਤੀਸ਼ ਦਾ ਤਰੀਕਾਕਾਰ ਹੈ ਨਾ ਜੀ। 12 ਤੋਂ 24 ਘੰਟੇ ਦੇ ਵਿੱਚ ਚਰਚਾ ਫਾਈਨਲ ਹੋ ਜਾਏਗੀ। ਜਿਹੜੇ ਜ਼ਾਲਮ ਨੇ, ਜਿਨ੍ਹਾਂ ਇਹ ਵਕੂਆ ਕੀਤਾ ਹੈ, ਉਹ ਚਿਹਰੇ ਬੇਨਕਾਬ ਹੋ ਜਾਣਗੇ। ਔਰ ਹੋਣੇ ਵੀ ਚਾਹੀਦੇ ਨੇ ਨਾ ਹੱਕ। ਜਿਸ ਤਰ੍ਹਾਂ ਅਬਦੁੱਲਾ ਤਾਹਰ ਸ਼ਰੀਫ ਨੂੰ ਸ਼ਹੀਦ ਕੀਤਾ ਗਿਆ ਹੈ, ਲੇਕਿਨ ਕਾਰੋਬਾਰੀ ਮਾਮਲਾ ਸਾਡੇ ਮੁਲਕ ਦੀ ਬਦਕਿਸਮਤੀ ਹੈ ਕਿ ਇੱਥੇ ਜਿਹੜਾ ਬੰਦਾ ਮਿਹਨਤ ਕਰਕੇ ਉੱਤੇ ਹੁੰਦਾ ਨਾ, ਫਿਰ ਜਿਹੜੇ ਲੋਕ ਹੁੰਦੇ ਨਾ ਹਾਸਦੀ ਹਸਦ ਕਰਨ ਵਾਲੇ, ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਫਿਰ ਜਿਹੜੇ ਹਸਦ ਕਰਨ ਵਾਲੇ ਨੇ, ਇਹ ਕਿਸੇ ਹੱਦ ਤੱਕ ਵੀ ਜਲ ਜਾਂਦੇ ਨੇ। ਹੁਣ ਪੰਜਾਬ ਦਾ ਰੇਤ ਦਾ ਸਭ ਤੋਂ ਵੱਡਾ ਠੇਕੇਦਾਰ ਅਬਦੁੱਲਾ ਤਾਹਰ ਸੀ। ਔਰ ਇੱਕ ਫੈਮਿਲੀ ਇਹਨਾਂ ਯਤੀਮ ਨੇ ਕੀਤੀ। ਜਿਹੜੇ ਅਬਦੁੱਲਾ ਤਾਹਰ ਦੇ ਮੁਲਾਜ਼ਮ ਨੇ ਨਾ, ਉਹਨਾਂ ਦਾ ਮੌਕਫ ਇਹ ਵੇ ਕਿ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ, ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਪਈ ਹੈ, ਅਬਦੁੱਲਾ ਤਾਹਰ ਨੇ ਸਾਡੀ ਜ਼ਰੂਰਤਾਂ ਪੂਰੀ ਕੀਤੀ ਨੇ। ਅਸੀਂ ਅੱਜ ਯਤੀਮ ਹੋ ਗਏ ਹਾਂ। ਇਹ ਉਹਦੇ ਮੁਲਾਜ਼ਮਾਂ ਦੇ ਲਫ਼ਾਜ਼ ਨੇ ਕਿ ਅਸੀਂ ਅੱਜ ਯਤੀਮ ਅੱਜ ਹੋਏ ਹਾਂ। ਠੀਕ ਹੈ ਨਾ ਜੀ। ਔਰ ਇਨਸ਼ਾ-ਅੱਲਾਹ 12 ਤੋਂ 24 ਘੰਟੇ ਦੇ ਵਿੱਚ ਹਰ ਚੀਜ਼ ਵਾਜ਼ਿਹ ਹੋ ਜਾਏਗੀ, ਤਫਤੀਸ਼ ਮੁਕੰਮਲ ਹੋ ਜਾਏਗੀ। ਦੂਸਰੀ ਖਬਰ ਹੈ ਕਸ਼ਮੀਰ ਤੋਂ। ਕਸ਼ਮੀਰ ਦੇ ਵਿੱਚ ਇਸ ਵਕਤ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਰਾਓ ਦੇ ਏਜੰਟ ਅਫਗਾਨਿਸਤਾਨ, ਜਿਹਦੀ ਸਰਪ੍ਰਸਤ ਇੰਡੀਆ ਕਰ ਰਿਹਾ, ਉਹਦੇ 'ਚ ਕੁਛ ਐਸੇ ਸਾਡੇ ਮੁਨਾਫਿਕ ਮੌਜੂਦ ਨੇ ਜਿਹੜੇ ਸਾਡੇ ਸਿਕਿਉਰਿਟੀ ਫੋਰਸਿਸ 'ਤੇ ਹਮਲੇ ਵੀ ਕਰਦੇ ਨੇ ਪਏ, ਔਰ ਨਾਲ ਉਹ ਖੁੱਲ੍ਹਾ ਵਾਜ਼ਿਹ ਤੌਰ ਦੇ ਉੱਤੇ ਇੰਡੀਆ ਨੂੰ
ਪੁਕਾਰਦੇ ਨੇ ਪਏ, ਇੰਡੀਆ ਦੀ ਫੌਜ ਨੂੰ ਬੁਲਾ ਰਹੇ ਨੇ ਕਿ ਆਓ ਸਾਡੀ ਹੈਲਪ ਕਰੋ। ਇਹ ਕਿਸ ਕਿਸਮ ਦੇ ਪਾਕਿਸਤਾਨੀ ਨੇ? ਇਹ ਕਿਸ ਕਿਸਮ ਦੇ ਕਸ਼ਮੀਰੀ ਨੇ? ਪਾਕਿਸਤਾਨੀ ਕਸ਼ਮੀਰੀ ਜਿਹਨੂੰ ਆਪਣੇ ਮਿੱਟੀ ਦੇ ਨਾਲ ਪਿਆਰ ਹੈ, ਉਹ ਕਤਨ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ ਕਿ ਵਲਵਲਾ ਉਹ ਆਪਣਾ ਇੰਡੀਆ ਦੀ ਫੋਰਸ ਨੂੰ ਬੁਲਾਏ। ਇਹ ਸਭ ਏਜੰਟ ਨੇ ਰਾਹ ਦੇ। ਇਹ ਬਹੁਤ ਵੱਡੀ ਸਾਜ਼ਿਸ਼ ਹੈ ਔਰ ਸਾਨੂੰ ਇਸ ਮੌਕੇ ਦੇ ਉੱਤੇ ਆਵਾਮ ਨੂੰ ਚਾਹੀਦਾ ਕਿ ਆਪਣੀ ਪਾਕ ਫੌਜ ਔਰ ਆਪਣੇ ਸਿਕਿਉਰਟੀ ਅਦਾਰਿਆਂ ਦੀ ਮੁਕੰਮਲ ਸਪੋਰਟ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਇਹਨਾਂ ਇੱਕ ਇਸ਼ੂ ਸੋਸ਼ਲ ਮੀਡੀਆ ਦੇ ਉੱਤੇ ਫੈਲਾ ਰਹੇ ਨੇ, ਕਿਤੇ ਇਹ ਆਪੇ ਲੰਮੇ ਪੈ ਰਹੇ ਨੇ, ਖੂਨ ਰੋੜ ਸੁੱਟਦੇ ਨੇ, ਉਹਨਾਂ ਨੂੰ ਲਾਸ਼ਾਂ ਸਾਬਤ ਕਰਕੇ ਸੋਸ਼ਲ ਮੀਡੀਆ 'ਤੇ ਵਿਖਾ ਰਹੇ ਨੇ। ਇਹ ਬਾਹਰ ਦੁਨੀਆ ਨੂੰ ਵਿਖਾ ਰਹੇ ਨੇ ਵੀ ਪਾਕਿਸਤਾਨੀ ਫੌਜ ਆਹ ਜ਼ੁਲਮ ਕਰ ਰਹੀ ਹੈ ਸਾਡੇ 'ਤੇ। ਇਹ ਸਭ ਇਹਨਾਂ ਦੀ ਡਰਾਮੇਬਾਜ਼ੀ ਹੈ, ਟੋਟਲ ਡਰਾਮੇਬਾਜ਼ੀ ਹੈ। ਇਹਨਾਂ ਲੋਕਾਂ ਨੇ ਮੁਖਤਲਿਫ ਜਗ੍ਹਾ ਦੇ ਉੱਤੇ ਰੈਸ਼ਾਂ ਦੇ ਵਿੱਚ ਆਪੋ ਆਪਣੇ ਮੋਰਚੇ ਬਣਾਏ ਨੇ, ਜਿਹਦੇ ਵਿੱਚ ਪੂਰੇ ਟ੍ਰੇਨ ਨਿਸ਼ਾਨੇਬਾਜ਼ ਲੋਕ ਮੌਜੂਦ ਨੇ। ਉਹ ਸਾਡੇ ਸਿਕਿਉਰਟੀ ਦੇ, ਸਾਡੇ ਰੇਂਜਰ ਤੇ, ਸਾਡੀ ਪੁਲਿਸ ਤੇ ਸਟੇਟ ਫਾਇਰ ਕਰਦੇ ਨੇ ਪਏ। ਇਹ ਜਿਹੜੇ ਕਸ਼ਮੀਰ ਦੇ ਵਿੱਚੋਂ ਕੋਈ ਸਾਡੇ ਦੋਸਤ ਆ, ਇਸ ਵਕਤ ਆਪਣਾ ਸਮਝਦੇ ਨੇ ਨਾ ਜ਼ੁਲਮ ਹੋ ਰਿਹਾ, ਉੱਥੇ ਕੋਈ ਜ਼ੁਲਮ ਨਹੀਂ ਹੋ ਰਿਹਾ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਹਦੇ ਤਹਿਤ ਇਹ ਸਭ ਕੁਝ ਚੱਲ ਰਿਹਾ। ਜਿਵੇਂ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਕੁਝ ਲੋਕ ਸਾਡੇ ਪਾਕਿਸਤਾਨ ਦਾ ਖਾਣ ਵਾਲੇ, ਪਾਕਿਸਤਾਨ ਦੀ ਬਦਨਾਮੀ ਕਰਨ ਵਾਲੇ, ਇਸੇ ਮੁਲਕ ਦਾ ਖਾ ਕੇ ਇਸੇ ਮੁਲਕ ਦੀ ਬਦਨਾਮੀ ਕਰਦੇ ਨੇ ਪਏ, ਜਿਹੜੀ ਗਲੀਜ਼ ਜ਼ਬਾਨ ਇਸਤੇਮਾਲ ਕਰਦੇ ਨੇ ਪਏ। ਇਹਨਾਂ ਨੂੰ ਕਾਹਦੀ ਆਜ਼ਾਦੀ ਚਾਹੀਦੀ ਹੈ? ਕਸ਼ਮੀਰ ਆਜ਼ਾਦ ਨੇ। ਪੂਰੇ ਪਾਕਿਸਤਾਨ 'ਚ ਅਗਰ ਸਭ ਤੋਂ ਜ਼ਿਆਦਾ ਆਜ਼ਾਦੀ ਹੈ ਤੇ ਉਹ ਕਸ਼ਮੀਰ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਸਬਸਿਡੀ ਦੇ ਰਹੇ ਆ ਕਸ਼ਮੀਰ ਦੇ ਵਿੱਚ। ਜਿਹੜੇ ਸੂਬੇ ਇਸ ਵਕਤ ਗੰਦਮ ਉਗਾਉਂਦੇ ਨੇ ਪਏ, ਉੱਥੇ ਹੀ ਰੇਟ ਨਹੀਂ ਹੈਗਾ। ਜੇ ਸਭ ਤੋਂ ਘੱਟ ਰੇਟ ਬਿਜਲੀ 'ਚ, ਹਰ ਇੱਕ ਚੀਜ਼ ਦੇ ਵਿੱਚ ਸਭ ਤੋਂ ਘੱਟ ਰੇਟ ਕਸ਼ਮੀਰ ਤੇ ਵੇ। ਸਭ ਤੋਂ ਘੱਟ ਰੇਟ ਕਸ਼ਮੀਰ ਦਾ ਹੈ। ਉੱਥੇ ਤੇ ਪਹਾੜ ਦੇ ਉੱਤੇ ਕਿਹੜਾ ਕੋਈ ਚੀਜ਼ ਹੁੰਦੀ ਹੈ? ਹਜੇ ਇਹਨਾਂ ਨੂੰ ਹੋਰ ਕਿਵੇਂ ਦੀ ਆਜ਼ਾਦੀ ਚਾਹੀਦੀ ਹੈ? ਇਹ ਸਾਰੇ ਮੁਨਾਫਿਕ ਨੇ। ਬਿਲਕੁਲ ਮੇਰਾ ਖਿਆਲ ਹੈ ਕਿ ਸਾਨੂੰ ਪਾਕਿਸਤਾਨੀ ਆਵਾਮ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ। ਸਾਨੂੰ ਸੋਚਣਾ ਚਾਹੀਦਾ ਇਹ ਸਾਜ਼ਿਸ਼ ਕਰਦੇ ਨੇ ਪਏ। ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਗੰਦ ਫੈਲਾਇਆ ਔਰ ਜਿਸ ਤਰ੍ਹਾਂ ਸਰੇਆਮ ਵਾਜ਼ਿਹ ਤੌਰ ਦੇ ਉੱਤੇ ਇਹ ਇੰਡੀਆ ਨੂੰ ਪੁਕਾਰ ਰਹੇ ਨੇ, ਇੰਡੀਆ ਦੀ ਫੋਰਸ ਨੂੰ ਬੁਲਾ ਰਹੇ ਨੇ ਵੀ ਸਾਡੀ ਮਦਦ ਕਰੋ, ਸਾਡੀ ਮਦਦ ਕਰੋ। ਆ ਇੱਕ ਔਰਤ ਇਹ ਬਲਬਲਾ ਵੀਡੀਓ ਪਕਾਉਂਦੇ ਜਾਂਦੀ ਪਈ ਹੈ ਕਿ ਸਾਡੀ ਆ ਕੇ ਮਦਦ ਕਰੋ। ਇਹਨਾਂ ਦੇ ਇਹ ਫੁੱਫੀ ਦੇ ਪੁੱਤਰ ਨੇ ਕਿ ਇਹਨਾਂ ਦੇ ਤਾਏ ਦੇ ਪੁੱਤਰ ਨੇ ਜਿਹੜੇ ਇੰਡੀਆ ਨੂੰ ਬੁਲਾ ਰਹੀ ਹੈ। ਇਹਦਾ ਕੀ ਵਾਸਤਾ ਹੈ? ਬਿਲਕੁਲ ਰਿਆਸਤ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ। ਸਭ ਤੋਂ ਜ਼ਿਆਦਾ ਰਿਲੀਫ ਵੀ ਕਸ਼ਮੀਰ ਨੂੰ ਦਈਏ ਔਰ ਸਭ ਤੋਂ ਜ਼ਿਆਦਾ ਗਲੀਜ਼ ਜ਼ਬਾਨ ਵੀ ਇਸਤੇਮਾਲ ਕਰਨ, ਆਪਣੇ ਰਿਆਸਤ ਦੇ ਖਿਲਾਫ ਭੌਂਕਣ ਵੀ ਇਹ, ਬਕਵਾਸ ਵੀ ਇਹ ਕਰਨ। ਇਹਨਾਂ ਨੂੰ ਬਿਲਕੁਲ ਮਾਫੀ ਨਹੀਂ ਦੇਣੀ ਚਾਹੀਦੀ। ਇਹ ਕੋਈ ਕਸ਼ਮੀਰੀ ਨਹੀਂ ਹੈਗੇ, ਕੋਈ ਪਾਕਿਸਤਾਨੀ ਨਹੀਂ ਹੈਗੇ। ਇਹ ਦਹਿਸ਼ਤਗਰਦ ਨੇ, ਇਹ ਇੰਡੀਆ ਦੇ ਏਜੰਟ ਨੇ। ਇਹਨਾਂ ਨੂੰ ਇੰਡੀਆ ਦੇ ਦਹਿਸ਼ਤਗਰਦਾਂ ਤਰ੍ਹਾਂ ਹੀ ਟਰੀਟ ਕਰਨਾ ਚਾਹੀਦਾ ਹੈ। ਜਿਹੜੇ ਅਦਾਰਿਆਂ ਦੇ ਖਿਲਾਫ, ਪਾਕ ਫੌਜ ਦੇ ਖਿਲਾਫ ਬਾਹਰ ਬਹਿ ਕੇ ਬਕਵਾਸ ਕਰਦੇ ਨੇ ਪਏ, ਗਲੀਜ਼ ਜ਼ਬਾਨ ਇਸਤੇਮਾਲ ਕਰਦੇ ਨੇ, ਇਹ ਚਾਹੀਦਾ ਸਾਡੇ ਅਦਾਰਿਆਂ ਨੂੰ ਕਿ ਇਹਨਾਂ ਖਬੀਸਾਂ ਨੂੰ ਵੀ ਅਰੈਸਟ ਕਰਕੇ ਪਾਕਿਸਤਾਨ ਲਿਆਉਣ ਔਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਵਰਨਾ ਜਿਹਦਾ ਦਿਲ ਕਰੇਗਾ ਉਹ ਬਾਹਰ ਬਹਿ ਜਾ ਕਰੇਗਾ, ਬਾਹਰ ਬਹਿ ਕੇ ਆਪਣੀ ਪਾਕ ਫੌਜ ਦੇ ਖਿਲਾਫ ਬਕਵਾਸ ਕਰੇਗਾ। ਇਸ ਪਾਕ ਫੌਜ ਦੀ ਵਜ੍ਹਾ ਤੋਂ ਅਸੀਂ ਰਾਤ ਲੋਕ ਸਕੂਨ ਨਾਲ ਸੌਂਦੇ ਹਾਂ। ਇਹਨਾਂ ਲੋਕਾਂ ਨੂੰ ਆਜ਼ਾਦੀ ਦਾ ਕਦਰ ਨਹੀਂ ਹੈਗੀ। ਆਜ਼ਾਦੀ ਦੀ ਕਦਰ ਕੁਝ ਨਹੀਂ ਹੈ। ਫਲਸਤੀਨ ਤੋਂ ਜਾ ਕੇ ਪੁੱਛੋ,
आज़ादी की कदर कुछ नहीं है तो फलस्तीन तो पूछो जाके। आज़ादी की कदर कुछ नहीं है ਜਿਹੜੇ ਇੰਡੀਆ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਉਹਨਾਂ ਨੂੰ ਪੁੱਛੋ ਜਾ ਕੇ। ਤੁਹਾਨੂੰ ਪਤਾ ਨਹੀਂ ਕਿਹੜੀ ਆਜ਼ਾਦੀ ਚਾਹੀਦੀ ਹੈ। ਇਹ ਏਜੰਟ ਨੇ, ਇਹ ਰਾਤ ਦੇ ਏਜੰਟ ਨੇ, ਇੰਡੀਆ ਦੇ ਏਜੰਟ ਨੇ। ਔਰ ਜਿਹੜੇ ਬਾਹਰ ਬਹਿ ਕੇ ਬਕਵਾਸ ਕਰਦੇ ਨੇ ਪਏ, ਇਹਨਾਂ ਨੂੰ ਵੀ ਰੈਸਟ ਕਰਕੇ ਪਾਕਿਸਤਾਨ ਲਿਆਉਣਾ ਚਾਹੀਦਾ। ਔਰ ਜਿਹੜੇ ਪਾਕਿਸਤਾਨ ਦੇ ਵਿੱਚ ਬਹਿ ਕੇ ਆ ਸੋਸ਼ਲ ਮੀਡੀਆ ਦੇ ਉੱਤੇ ਗੰਦ ਫੈਲਾ ਰਹੇ ਨੇ, ਇਹਨਾਂ ਨੂੰ ਵੀ ਪੂਰਾ ਦਹਿਸ਼ਤਗਰਦਾਂ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ। ਇਹ ਮੇਰੀ ਅਦਾਰਿਆਂ ਦੇ ਅੱਗੇ ਗੁਜ਼ਾਰਿਸ਼ ਹੈ। ਲਓ ਜੀ ਅੱਗੇ ਆ ਜਾਓ ਨਵੀਂ ਖਬਰ। ਕੋਈ ਟਨ ਨਹੀਂ, ਕੋਈ 2 ਟਨ ਨਹੀਂ, ਕੋਈ 5 ਟਨ ਨੇ, 45 ਟਨ ਗੰਦਮ ਪੰਜਾਬ 'ਚ ਹੋ ਗਿਆ। 45 ਟਨ ਗੰਦਮ ਹੀ ਗਾਇਬ ਹੋ ਗਈ ਹੈ ਗੋਦਾਮ ਦੇ ਵਿੱਚੋਂ। ਇਹ ਹੁਣ ਗੰਦਮ ਕਿੱਧਰ ਗਈ? ਇਹ ਕਿਸੇ ਗਰੀਬ ਆਦਮੀ ਦਾ, ਇਹ ਛੋਟੇ ਮੋਟੇ ਚੋਰ ਦਾ ਤਾਂ ਕੰਮ ਨਹੀਂ ਹੈਗਾ। ਇਹ ਤਾਂ ਕਿਸੇ ਵੱਡੇ ਚੋਰ ਦਾ ਕੰਮ ਹੈ ਨਾ, ਬਲਕਿ ਚੋਰ ਨਹੀਂ, ਵੱਡੇ ਡਾਕੂ ਦਾ ਕੰਮ ਹੈ। ਉਹ ਡਾਕੂ ਉਹਨੇ ਜਿਹੜੇ ਵਿੱਚ ਅਦਾਰਿਆਂ 'ਚ ਬੈਠੇ ਨੇ, ਜਿਹੜੇ ਮੁਲਵਸ ਨੇ, ਹੁਣ ਨਾ ਤੇ 45 ਲੱਖ ਟਨ ਗੰਦਮ ਚੂਹੇ ਖਾ ਸਕਦੇ ਨੇ ਵੀ ਤੁਸੀਂ ਚੂਹਿਆਂ 'ਤੇ ਇਲਜ਼ਾਮ ਲਾ ਦਿਓ ਜੀ ਚੂਹੇ ਖਾ ਕੇ ਸਾਨੂੰ, ਇਹ ਵੀ ਨਹੀਂ ਲਾ ਸਕਦੇ। ਕੀ ਜਵਾਬ ਦਿਓ? ਇੱਥੇ ਜਵਾਬ ਹੈ ਕੰਧਾ ਨਾਲੇ। ਇੱਥੇ ਜਿਹਦਾ ਕਾਨੂੰਨ ਹੈ, ਜਿਹਦੇ ਹੱਥ 'ਚ ਸੋਟਾ ਹੈ, ਸਭ ਕੁਛ ਉਹਦਾ ਹੀ ਹੈ। ਇੱਥੇ ਗਰੀਬ ਆਦਮੀ ਕਿਸੇ ਦੀ 5 ਮਣ ਗੰਦਮ ਚੋਰੀ ਕਰ ਲਵੇ ਨਾ, 5 ਮਣ ਤਾਂ ਦੂਰ ਦੀ ਬਾਤ ਹੈ, 5 ਕਿਲੋ 1 ਕਿਲੋ ਤੇ ਪਰਚੇ ਹੋ ਜਾਂਦੇ ਨੇ। ਉਹਨੇ 45 ਲੱਖ ਟਨ ਗੰਦਮ ਹੈ, ਇਹਦਾ ਜਵਾਬ ਕਿਹਨੇ ਦੇਣਾ? ਇਸ 45 ਲੱਖ ਟਨ ਦਾ ਗੰਦਮ ਅਸਲ ਤੇ ਇਹ ਬਣਦਾ ਸਾਡੀ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ, ਉਹ ਜਵਾਬ ਦੇਣ ਵੀ ਇਹ 45 ਲੱਖ ਟਨ ਗੰਦਮ ਕਿੱਧਰ ਗਈ ਹੈ। ਇਹ ਕਿਹੜੇ ਡਾਕੂ ਨੇ ਜਿਹੜੇ ਲੈ ਗਏ ਨੇ? ਕਿਉਂਕਿ ਚੋਰ ਤੇ ਛੋਟੀ ਮੋਟੀ ਚੋਰੀ ਕਰਦੇ ਨੇ, ਡਾਕੂ ਵੀ ਵੱਡੀ ਡਕੈਤੀ ਕਰਦੇ ਨੇ ਨਾ। ਇਹ ਤਾਂ ਵੱਡਾ ਡਕੈਤਾ ਹੋਇਆ, ਡਕੈਤੀ ਵੀ ਨਹੀਂ ਡਕੈਤਾ ਹੋਇਆ। ਇਹ ਹੁਣ ਮੈਨੂੰ ਦੱਸੋ ਵੀ ਇਹ 45 ਲੱਖ ਟਨ ਗੰਦਮ ਇਹ ਕਿਹੜਾ ਡਾਕੂ, ਇਹਦਾ ਕੌਣ ਜ਼ਿੰਮੇਵਾਰ ਹੋਵੇਗਾ? ਕੋਈ ਵੀ ਨਹੀਂ। 2 ਦਿਨ 4 ਦਿਨ ਰੌਲਾ ਪੈਣਾ, ਪਰ ਤਾਂ ਆਸਤਾ ਆਸਤਾ ਅੱਲਾ ਦੀ ਸਪੁਰਦ। ਫਿਰ ਇੱਕ ਗੱਲ ਤੇ ਵਾਜ਼ਿਹ ਹੈ ਨਾ ਕਿ ਅਦਾਰੇ ਸਰਕਾਰੀ ਜਿਹੜੇ ਉੱਤੇ ਅਫੀਸਰ ਨੇ, ਛੋਟੇ ਮੁਲਾਜ਼ਮ ਨਹੀਂ, ਜਿਹੜੇ ਅਫੀਸਰ ਨੇ, ਉਹਨਾਂ ਤੋਂ ਇਲਾਵਾ ਕੋਈ ਲਿਜਾ ਨਹੀਂ ਸਕਦਾ। ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ। ਇਹ ਜਿਹੜੀ 45 ਲੱਖ ਟਨ ਗੰਦਮ ਹੈ, ਇਹ ਚਾਹੀਦਾ ਸਾਡੇ ਵਜ਼ੀਰ ਆਲਾ ਜਨਾਬ ਮੁਹਤਰਮ ਮਰੀਮ ਨਵਾਜ਼ ਸਾਹਿਬਾ ਨੂੰ ਕਿ ਇਹ ਜਿਹੜੇ ਅਫੀਸਰ ਨੇ ਤੁਹਾਡੇ ਮਹਿਕਮੇ ਦੇ, ਇਹਨਾਂ ਦੇ ਖਾਤੇ ਪਾਓ, ਜਾਂ ਇਹਨਾਂ ਨੂੰ ਆਖੋ ਵੀ ਇਹ ਗੰਦਮ ਜਿੱਥੇ ਭੇਜੀ ਜੇ ਉਦੋਂ ਗੰਦਮ ਲਿਆਓ, ਤੇ ਜਾਂ ਇਹਨਾਂ ਦੇ ਖਾਤੇ ਪਾ, ਇਹਨਾਂ ਤੋਂ ਪੈਸੇ ਵਸੂਲ ਕਰ, ਨਾਲ ਇਹਨਾਂ ਨੂੰ ਦੇ ਹਵਾਲਾ ਤੇ ਜੇਲੇ ਦੇ, ਬਲਕਿ ਜੇਲ੍ਹ 'ਚ ਵੀ ਨਹੀਂ, ਇਹਨੂੰ CDD ਨੂੰ ਦੇ। ਛੋਟਾ ਮੋਟਾ ਚੋਰ ਜੋ ਜਿਹੜਾ ਹੁੰਦਾ ਹੈ ਉਹਨੂੰ ਜੋ CDD ਫੜਦੀ ਹੈ। ਇਹ ਤਾਂ ਵੱਡੇ ਡਾਕੂ ਨੇ ਨਾ, ਡਾਕੂ। ਇਹ CDD ਨੂੰ ਦੇ ਨਾ, ਤੇਰੇ ਇਨਸਾਫ ਦਾ ਪਤਾ ਲੱਗੇ ਕਿ ਤੂੰ ਵਾਕਈ ਇਨਸਾਫ ਕਰਨੀ ਹੈ। ਇਹ ਦੋਹਰਾ ਮਿਆਰ ਹੈ ਇਸ ਮੁਲਕ ਦੇ ਵਿੱਚ, ਇਨਸਾਫ ਦਾ ਦੋਹਰਾ ਮਿਆਰ ਹੈ। ਗਰੀਬ ਵਾਸਤੇ ਇਨਸਾਫ ਹੋ ਰਹੇ, ਅਮੀਰ ਵਾਸਤੇ ਇਨਸਾਫ ਹੋ ਰਹੇ। ਇਹ ਦੋਹਰਾ ਮਿਆਰ ਨਹੀਂ ਹੋਣਾ ਚਾਹੀਦਾ। ਜਦੋਂ ਤੱਕ ਇਹ ਦੋਹਰਾ ਮਿਆਰ ਖਤਮ ਨਹੀਂ ਹੋਵੇਗਾ, ਇਹ ਮੁਲਕ ਤਰੱਕੀ ਨਹੀਂ ਕਰੇਗਾ। ਜਿਸ ਮੁਲਕ 'ਚ ਇਨਸਾਫ ਨਹੀਂ ਹੈਗਾ, ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਪਹਿਲੀ ਸੀੜੀ ਜਿਹੜੀ ਹੈ, ਪਹਿਲੀ ਸੀੜੀ ਇਨਸਾਫ ਦੀ ਹੁੰਦੀ ਹੈ। ਜਿਸ ਮੁਲਕ 'ਚ ਇਨਸਾਫ ਹੀ ਨਹੀਂ ਹੈਗਾ, ਉਹਨੇ ਤਰੱਕੀ ਕੀ ਕਰਨੀ ਹੈ? ਤੁਹਾਡੀ ਐਸ਼ੋ ਆਰਾਮ ਬਣੀ ਹੈ, ਤੁਸੀਂ ਲਈ ਰੱਖੋ। ਆਵਾਮ ਕੀੜੇ ਮਕੌੜੇ ਆਇਆ ਸੀ, ਤੇ ਕੀੜੇ ਮਕੌੜਿਆਂ ਦੀ ਕਿਹੜੀ ਹਸੀਅਤ ਹੈ? ਕੀੜੇ ਮਕੌੜਿਆਂ ਦੀ ਕੋਈ ਹਸੀਅਤ ਨਹੀਂ। ਬਾਕੀ ਅਗਰ ਵਜ਼ੀਰ ਆਲਾ ਪੰਜਾਬ ਸਾਹਿਬਾ ਤੁਹਾਡੇ ਅੰਦਰ ਇਹ ਕਾਬਲੀਅਤ ਮੌਜੂਦ ਹੈ, ਤੇ ਪਰਦੇ 45 ਲੱਖ ਟਨ ਗੰਦਮ ਵਾਲੇ ਜਿਹੜੇ ਡਾਕੂ ਨੇ, ਇਹਨਾਂ ਨੂੰ ਫਿਲ ਫੋਰ ਰੈਸਟ ਕਰਾਓ,
दूसरी राय तो है नहीं ना भी गंदम कितने गई, ये तो इन्होंने पूछना ही नहीं भी कितों क्यों दी जाए, किधर गई है। ये तो सारे को पता है भी कितने गई है। ये किहड़ा 5 10 20 मन है या 50 मन है, कोई 100 मन है, ठीक है ना। ये तो बहुत बड़ा डाका है। ये तो फिल फौर जिन्हें ये थोड़े अफीसर ने अफसरां नूं अरेस्ट कराओ, थल्ले जिहड़े गरीब ने ना माड़े छोटे मुलाजम जिहड़े ने उन्होंने अपना पढ़िया जाए। ये मगरमच्छां का काम है, ये उन्होंने अरेस्ट करो। और कदे कोई 5 4 तो इस तरह के वकूए कर छड़े ना तो आ डाकू जिहड़े नहीं चोरियां करन तो मुड़ जान, आ डाके मारन तो मुड़ जान। पर वो किवें कर सकते हैं, कर नहीं ना सकते, क्योंकि सारे तो अपने हत्थों नाल सिफारशी खिला रहे हैं। थोड़े ही बंदे ने, थोड़े ही एजेंट ने, फिर अपने बंदे के खिलाफ किवें कोई कार्रवाई कर सकता है। तो जे कदे जिगरा करके कर जाए कोई बंदा दोबारा जरूरत ना करेगा। इन्होंने CTD नूं दे, इन्हां दी तफ्तीश करवा, जिवें CTD आम माड़े लोगों की करती है ना, इस तरह इन्हां नाल होना चाहिए। पाकिस्तान जिंदाबाद, पाक फौज जिंदाबाद।